ਅੱਜ ਕਿਸਾਨਾਂ ਦੇ ਮਸਲੇ 'ਚ ਜਦੋਂ ਸਰਕਾਰ ਫਸੇਗੀ ਤੇ ਸਰਕਾਰ ਅੱਜ ਵੀ ਧਰਮ ਔਰ ਜਾਤੀ ਤੁਹਾਡੇ ਵਿੱਚ ਖੜੀ ਕਰਕੇ ਤੁਹਾਨੂੰ ਪਾੜੇਗੀ। ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਹੋਣ ਦਾ ਮਤਲਬ ਇਮਾਨਦਾਰ ਹੋਣਾ ਨਹੀਂ ਹੁੰਦਾ। ਦੇਸ਼ ਦੇ ਬੜੇ ਘਪਲੇ ਪੜ੍ਹੇ ਲਿਖੇ ਕਰਦੇ। ਜਦੋਂ ਕਹਿੰਦੇ ਕੋਈ ਚੀਜ਼ ਵਿਕਣ ਲਾਇਕ ਹੋ ਜਾਵੇ ਹੁੰਦਾ, ਜਿੱਦਾਂ ਕੋਈ ਇਲਾਕਾ ਬੰਜਰ ਪਿਆ ਕੋਈ ਨਹੀਂ ਲੈਂਦਾ, ਕੁਛ ਲੋਕ ਜਾ ਕੇ ਉਹਨੂੰ ਵਸਾ ਦੇਣ, ਕੁਛ ਲੋਕ ਉਹਨੂੰ ਪੱਧਰਾ ਕਰ ਦੇਣ, ਫਿਰ ਵੱਡੇ ਵੱਡੇ ਪ੍ਰਾਪਰਟੀ ਡੀਲਰਾਂ ਦੀ ਨਜ਼ਰ ਪੈ ਜਾਂਦੀ ਹੈ। ਸਾਡੀ ਸਰਕਾਰ ਵੀ ਪ੍ਰਾਪਰਟੀ ਡੀਲਰ ਤੋਂ ਜ਼ਿਆਦਾ ਨਹੀਂ ਹੈ। ਜਦੋਂ ਰਿਲਾਇੰਸ ਦੇ ਸਟੋਰ ਖੁੱਲੇ, ਈਜ਼ੀ ਡੇ ਖੁੱਲੇ, ਆਪਾਂ ਨੂੰ ਪਤਾ ਸੀ ਵੀ ਕਰਿਆਨਾ ਦੀਆਂ ਦੁਕਾਨਾਂ ਦੇ ਉੱਤੇ ਅਟੈਕ ਹੈ। ਇਹ ਜਿਹੜਾ ਗਰੀਬ ਛੋਟੀ ਛੋਟੀ ਦੁਕਾਨ ਖੋਲ ਕੇ ਬੈਠਾ ਆ, ਇਹ ਉਹਦੇ ਉੱਤੇ ਅਟੈਕ ਹੈ। ਤੇ ਅੱਜ ਪੂਰੀ ਦੀ ਪੂਰੀ ਕਿਸਾਨੀ, ਪੂਰੀ ਦੀ ਪੂਰੀ ਆੜਤ ਔਰ ਆੜਤ ਦਾ ਉਹ ਅਨਾਜ ਖਾਣਾ ਆਪਾਂ ਹੀ ਆ, ਫਿਰ ਮਹਿੰਗੇ ਭਾਅ। ਅਸੀਂ ਦੇਖਦੇ ਕਿ ਪਿੱਟ ਕੌਣ ਰਿਹਾ ਆ, ਮੇਰਾ ਤਾਂ ਨਹੀਂ। ਮੇਰੇ 'ਚ ਕੌਣ? ਮੇਰੇ ਘਰ ਚੋਂ, ਮੇਰੀ ਜਾਤੀ ਚੋਂ, ਮੇਰੇ ਧਰਮ ਚੋਂ ਉਹ ਤਾਂ ਨਹੀਂ ਹੈ। ਫਿਰ ਦੂਜਾ ਪਿੱਟ ਰਿਹਾ ਤਾਂ ਪਿੱਟਣ ਤੋਂ। ਪੰਜਾਬ ਦੇ ਬਹਾਦਰ ਸਾਥੀਓ, ਮੈਨੂੰ ਇਤਿਹਾਸ ਦਾ ਜਿਹਨੂੰ ਅਸੀਂ ਪੜ੍ਹਦੇ ਸੀ ਅੱਜ ਦੁਬਾਰਾ ਯਾਦ ਆ ਗਿਆ। ਆਜ਼ਾਦੀ ਦੇ ਟਾਈਮ ਇੱਕ ਨਾਰਾ ਲੱਗਿਆ ਸੀ, ਬਹੁਤ ਪ੍ਰਸਿੱਧ ਹੋਇਆ ਸੀ, ਗਾਣੇ ਲਿਖੇ ਗਏ ਸੀ, ਪਗੜੀ ਸੰਭਾਲ ਜੱਟਾ। ਅੱਜ ਦੁਬਾਰਾ ਉੱਥੇ ਸਾਨੂੰ ਲਿਆ ਕੇ ਖੜਾ ਕਰ ਦਿੱਤਾ। ਔਰ ਕਿਹਨੇ ਕੀਤਾ ਹੈ? ਆਪਾਂ ਸ਼ਿਕਾਇਤ ਕਰ ਸਕਦੇ ਹਾਂ ਕਿ ਬੀਜੇਪੀ ਦੇ ਹੁਕਮਰਾਨਾਂ ਨੇ ਕਰਤਾ, ਜਿਹੜੇ ਦਿੱਲੀ 'ਚ ਬੈਠੇ ਆ, ਪਰ ਉਹਨਾਂ ਨੂੰ ਹੁਕਮਰਾਨ ਬਣਾਇਆ ਕਿਹਨੇ? ਹੁਕਮਰਾਨ ਬਣਾਇਆ ਕਿਹਨੇ? ਹੁਕਮਰਾਨ ਬਣਾਉਣ ਵਾਲੇ ਵੀ ਆਪਾਂ ਹੈ। ਆਪਾਂ ਨਾਰਿਆਂ 'ਚ ਬਹਿਕਦੇ ਆ, ਨਾਰਿਆਂ 'ਚ। ਆਦਮੀ ਦੀ ਜਿਹੜੀ ਜਹਨੀਅਤ ਹੈ, ਉਹਦਾ ਜਿਹੜਾ ਕਰੈਕਟਰ ਹੈ, ਆਪਾਂ ਉਹਨੂੰ ਕਦੀ ਸੋਚਦੇ ਨਹੀਂ। ਵਾਰਿਸ ਸ਼ਾਹ ਨੇ ਲਿਖਿਆ, ਮੇਰੀ ਬੇਟੀ ਹੁਣੀ ਪੜ੍ਹ ਰਹੀ ਸੀ ਕਵਿਤਾ, ਤੇ ਮੈਨੂੰ ਵੀ ਯਾਦ ਆ ਗਈ ਲਾਈਨ। ਵਾਰਿਸ ਸ਼ਾਹ ਨੇ ਲਿਖਿਆ ਕਿ ਵਾਰਿਸ ਸ਼ਾਹ ਨਾ ਆਤਾਂ ਜਾਂਦੀਆਂ ਆ, ਚਾਹੇ ਕੱਟੋ ਪੋਰੀਆਂ ਪੋਰੀਆਂ ਜੀ। ਉਹ ਬਦਲ ਨਹੀਂ ਸਕਦੇ, ਉਹ ਕਦੀ ਨਹੀਂ ਬਦਲ ਸਕਦੇ, ਚਾਹੇ ਉਹ ਭਗਵੇਂ ਕੱਪੜੇ ਪਾ ਕੇ ਆ ਜਾਣ, ਚਾਹੇ ਉਹ ਜੋ ਮਰਜ਼ੀ ਬਣ ਕੇ ਆ ਜਾਣ। ਉਹਨਾਂ ਨੇ ਦੇਸ਼ ਨੂੰ ਵੰਡਣਾ ਹੈ, ਦੇਸ਼ ਨੂੰ ਵੰਡਣਾ ਹੈ। ਇਹ ਸੋਚ ਤਾਂ ਆਪਾਂ ਨੂੰ ਉੱਚੀ ਕਰਨੀ ਪੈਣੀ ਹੈ। ਅੱਜ ਕੱਲੀ ਕਿਸਾਨ ਦੀ ਲੜਾਈ ਨਹੀਂ ਹੈ। ਕਿਸਾਨ ਦੇ ਨਾਲ ਹਜ਼ਾਰਾਂ ਆੜਤਾਂ ਆ, ਹਜ਼ਾਰਾਂ ਆੜਤਾਂ ਦੇ ਉੱਤੇ ਲੱਖਾਂ ਮਜ਼ਦੂਰ ਕੰਮ ਕਰਦਾ ਆ। ਹਜ਼ਾਰਾਂ ਉਹਨਾਂ ਦੇ ਨਾਲ ਜਿਹੜੇ ਲੋਕ ਉਸ ਮਾਲ ਨੂੰ ਢੋਂਦੇ ਆ, ਫਸਲਾਂ ਨੂੰ ਢੋਂਦੇ ਆ, ਉਹ ਟਰੱਕ ਡਰਾਈਵਰ ਹੈ। ਪਰ ਅਸੀਂ ਕੌਣ ਹੈ? ਅਸੀਂ ਸਾਰੇ ਭਾਰਤ ਦੇ ਲੋਕ ਬੜੇ ਅਜੀਬ ਹੈ। ਅਸੀਂ ਦੇਖਦੇ ਕਿ ਪਿੱਟ ਕੌਣ ਰਿਹਾ ਆ, ਮੇਰਾ ਤਾਂ ਨਹੀਂ। ਮੇਰੇ 'ਚ ਕੌਣ? ਮੇਰੇ ਘਰ ਚੋਂ, ਮੇਰੀ ਜਾਤੀ ਚੋਂ, ਮੇਰੇ ਧਰਮ ਚੋਂ ਉਹ ਤਾਂ ਨਹੀਂ ਹੈ। ਫਿਰ ਦੂਜਾ ਪਿੱਟ ਰਿਹਾ ਤਾਂ ਪਿੱਟਣ ਤੋਂ। ਅਸੀਂ ਸਾਰੇ ਇਦਾਂ ਦੇ ਹੋ ਗਏ ਹਾਂ ਕਿ ਜੇ ਕਿਸਾਨ ਪਿੱਟ ਰਿਹਾ ਤੇ ਪਿੱਟ ਲੈਣ ਦੋ। ਔਰ ਬਾਰੀ ਬਾਰੀ ਫਿਰ ਸਾਰਿਆਂ ਦੀ ਵਾਰੀ ਆਉਂਦੀ ਹੈ, ਸਾਰਿਆਂ ਦੀ ਵਾਰੀ ਆਉਂਦੀ ਹੈ। ਔਰ ਅੱਜ ਤੋਂ ਕੁਝ ਸਾਲ ਪਹਿਲੋਂ ਵਾਰੀ ਆਈ ਸੀ ਕਰਿਆਨੇ ਵਾਲਿਆਂ ਦੀ, ਆਪਾਂ ਬੋਲੇ ਹੀ ਨਹੀਂ। ਜਦੋਂ ਰਿਲਾਇੰਸ ਦੇ ਸਟੋਰ ਖੁੱਲੇ, ਈਜ਼ੀ ਡੇ ਖੁੱਲੇ, ਆਪਾਂ ਨੂੰ ਪਤਾ ਸੀ ਵੀ ਕਰਿਆਨਾ ਦੀਆਂ ਦੁਕਾਨਾਂ ਦੇ ਉੱਤੇ ਅਟੈਕ ਹੈ। ਇਹ ਜਿਹੜਾ ਗਰੀਬ ਛੋਟੀ ਛੋਟੀ ਦੁਕਾਨ ਖੋਲ ਕੇ ਬੈਠਾ ਆ, ਇਹ ਉਹਦੇ ਉੱਤੇ ਅਟੈਕ ਹੈ। ਤੇ ਅੱਜ ਪੂਰੀ ਦੀ ਪੂਰੀ ਕਿਸਾਨੀ, ਪੂਰੀ ਦੀ ਪੂਰੀ ਆੜਤ ਔਰ ਆੜਤ ਦਾ ਉਹ ਅਨਾਜ ਖਾਣਾ ਆਪਾਂ ਹੀ ਆ, ਫਿਰ ਮਹਿੰਗੇ ਭਾਅ। ਆਪਾਂ ਸਾਰਿਆਂ ਦੇ ਉੱਤੇ ਉਹ ਹਮਲਾ ਹੈ, ਪਰ ਅਸੀਂ ਸੋਚ ਨਹੀਂ ਰਹੇ। ਅਸੀਂ ਵੰਡੇ ਹੋਏ ਹਾਂ ਆਪਸ ਦੇ ਵਿੱਚ। ਮੈਂ ਹੁਣੀ ਨਿਊਜ਼ ਸੁਣ ਰਿਹਾ ਸੀ ਟੀਵੀ ਤੇ, ਫਰਾਂਸ ਦੀ ਨਿਊਜ਼ ਆ ਰਹੀ ਸੀ ਕਿ ਜੀ ਉੱਥੇ ਬੱਚਿਆਂ ਨੇ ਇੱਕ ਟੀਚਰ ਦਾ ਸਿਰ ਕਲਮ ਕਰਤਾ। ਐਨੀ ਕਿ ਨਿਊਜ਼ ਤਾਂ ਠੀਕ ਲੱਗਦੀ ਹੈ, ਅਸੀਂ ਵੀ ਬਹਿਕਦੇ ਹਾਂ ਨਾਲ ਨਾਲ। ਬੱਚਿਆਂ ਨੇ ਸਿਰ ਕਲਮ ਕਰਤਾ, ਪਰ ਮੈਂ ਸੋਚਿਆ ਵੀ ਇਹਦੀ ਗਹਿਰਾਈ 'ਚ ਵੀ ਤਾਂ ਜਾਣਾ ਚਾਹੀਦਾ।
सिर कलम करन तक आदमी पहुंचा क्यों? इन्नी हिम्मत हुई क्यों? इन्ना गुस्सा आया क्यों? इन्ना गुस्सा इस करके आया, याद करो पंजाब दे ਇਹੋ ਜਿਹੇ मंच जो लगते चुटकले पता कितने सुनाए जाते हैं? चुटकला बनता है सिख ते पंजाबी ते गाली गाली जे देनी होवे गाली समाजिक तौर ते दलित नूं, दलित का नाम ही गालियां आ, ਉਹਦੇ नाम ते ही गाली रखी हुई है। टीचर का कहते सिर लाता, टीचर नूं ये जरूरत क्यों पई? आज़ादी बोलन की आज़ादी का मतलब ये थोड़ी है कि मैं दूजे नूं गाली देवां, ये तो कोई आज़ादी नहीं। मैं दूजे दे उपर उंगली चक्का, दूजे दे गुरुआं ते उंगली चक्का, ये बोलन की आज़ादी नहीं हो सकती, ये आज़ादी नहीं हो सकती। पर असी उदों तक पिटते रवांगे जदों तक असी वंडे होए, जदों तक असी ये देखते ना भी कौन है पिटन वाला। और सानू और कहते पीड़ पराई, वो पीड़ पराई जब तक साडे दिल च नहीं उठदी उदों तक नहीं होना। मैनू कबीर साहब की एक गल याद आती है। कबीर साहब ने कहा कि सूरा सो पहचानिए जो लड़े दीन के हेत, पुरजा पुरजा कट मरे कबू ना छाड़े खेत। पर आपां की करते हैं? इत्थों ही लंघ रहे हैं काफले आही रोड तो डीसी ऑफिस वाल नूं, कहते कौन जा रहा? कहते नर्सा जा रही बेरोजगार पिट लैन दो, आंगनबाड़ी दे बेरोजगार जा रहे पिट लैन दो, BEd वाले टीचर जा रहे पिट लैन दो। और फिर जो उस्मान जी लैके जा रहे हुण जत्था, तो असी सारे ने कहना मुसलमान जाते पिट लैन दो। यही कारण है, ये कारण है ने हिम्मत दी दिल्ली च बैठे हुक्मरानां नूं कि राज सभा दे विच बहुमत भी नहीं सी, फिर भी धक्के नाल बिल पास कराता, धक्के नाल। जिथे बहुमत नहीं, ना सुप्रीम कोर्ट बोलिया ना राष्ट्रपति। राष्ट्रपति तो वैसे बेचारा गुंगा हुंदा है। आ जिहड़ी पुलिस खड़ी है, इन्हां नूं हुक्म हुंदा लाठी चलाओ, ये हुक्म दे बन्ने हुए आ। पर ये ना सोचो भी ये जालम है। वो जिहड़ियां नर्सां जा रही हुंदियां ना बेरोजगार, जिहड़े बेरोजगार टीचर जा रहे हुंदे आ, वो कोई इन्हां दे घरां चों भी हुंदा है। पर आपां बन्ने हुए, ये हुक्म ना बन्ने हुए आ, आपां धर्म ते जातियां नाल बन्ने हुए। इस तो उपर उठना पेगा, इंसानियत के तौर पर सोचना पेगा। इंसानियत दे की होया यूपी च? मैं जो आ रहा सो बोल रहे से, इत्थे बुलारे साडे भाई साहब बोल रहे सी, यूपी च की होया? लड़की दी इज्जत भी लुट्टी गई, उन्होंने मार भी दिता, फिर दोबारा और इज्जत लुट्टी गई उन्हें डेड बॉडी के नाल। DC ने खड़ के लटवाई, जिन्होंने असीं कहने IAS, सब तो ज्यादा पढ़े लिखे। सब तो ज्यादा पढ़े लिखे होने का मतलब ईमानदार होना नहीं हुंदा। देश के बड़े घपले पढ़े लिखे करते, हमेशा ईमानदार नहीं हुंदा पढ़े लिखे का मतलब। ईमान ते पढ़ाई दोनों च फर्क है। और किदां दी जांच हो रही है? सरकार लिख के कह रही है सुप्रीम कोर्ट च, लिख के दे के आई यूपी गवर्नमेंट कि जी जे असीं सवेरे संस्कार करते दंगा हो जाना सी। ਇਹਦਾ मतलब जे सरकार दंगा रोकन दे विच कामयाब नहीं। और सरकार किहड़ी कह रही है? जिहड़ी गुजरात च दंगे करके आके सरकार बनी है, वो सरकार सुप्रीम कोर्ट च लिख के दे रही कि दंगा हो जाना सी। ते जे सरकार दंगा रोकन च नाकामयाब है, जल्दी कार्रवाई हो जाती है ना। जे किसी इलाके च वारदात हो जाए तो SHO ला दो, 2-4 होर पुलिस वाले ला दो। ते जे यूपी की सरकार कर ही दंगा हो जाना सी, उसका मुख्यमंत्री क्यों नहीं उतारना चाहिए? वो मुख्यमंत्री जाना ही चाहिए है, वो मुख्यमंत्री नहीं रहना चाहिए। ये छोटे भेद साडे जिहड़े सानू वंडिया होया ते सानू वंड के मार रहे। मैनू अज एक अपने मन का एक पाप दसन लगा है। जिहड़ी गल मैं तुहानू कह रहा ना भी सानू एक होना चाहिए, ये कभी मैं मेरे दिमाग च भी इहो जिहियां गल्लां हुंदियां सी, काफर गल्लां हुंदियां सी। अज तो 30-35 साल पहलों की गल दसन लगा। साडा जिहड़ा घर है उहनूं रस्ता आंदा हबीब रोड। 30-35 साल पहलों कुछ लोग इकट्ठे हुए, साडी सोच ते भी भारी होए। ईसाई परिवार भी इकट्ठे हुए विच, कहंदे लो जी एक घर है मुसलमानां दा ते नाम हबीब रोड, चलो आपां बदलीए।
ਇੱਥੇ ਕਾਰਵਾਈ ਕਰੀਏ। ਚਲੋ ਉਹ ਤਾਂ ਰੱਬ ਦੀ ਕੁਦਰਤ, ਖੁਦਾ ਦਾ ਫਜ਼ਲ ਕੀ ਨਹੀਂ ਹੋਇਆ, ਏਦਾਂ ਅਸੀਂ ਨਹੀਂ ਕਰ ਪਾਏ। ਪਰ ਅੱਜ ਸਮਝ ਚ ਆਉਂਦਾ ਆ ਵੀ ਇੱਕ ਨੂੰ ਢਾਣਾ ਹੋਵੇ ਉਹ ਬਹਾਦਰੀ ਹੈ, ਉਹ ਬਹਾਦਰੀ ਹੈ ਕਿ ਸਾਰੇ ਇਕੱਠੇ ਹੋ ਕੇ ਇੱਕ ਨੂੰ ਢਾ ਲਈਏ? ਉਹ ਇਨਸਾਨੀਅਤ ਹੈ? ਉਹ ਇਨਸਾਨੀਅਤ ਨਹੀਂ ਹੈ। ਇਹ ਮੈਂ ਆਪਣਾ ਅਪਰਾਧ ਨਹੀਂ ਦੱਸ ਰਿਹਾ, ਮੈਂ ਵੀ ਇਹੀ ਸੋਚਦਾ ਸੀ, ਪਰ ਬਾਅਦ ਚੋਂ ਸਮਝ ਚ ਆਇਆ ਕਿ ਨਹੀਂ, ਇਨਸਾਨੀਅਤ ਇਸ ਤੋਂ ਅੱਗੇ ਆ। ਗੁਰੂ ਸਾਹਿਬ ਨੇ ਆਪਣੇ ਬੱਚੇ ਕੁਰਬਾਨ ਕੀਤੇ ਇਨਸਾਨੀਅਤ ਦੇ ਲਈ। ਔਰ ਜਿੰਨੇ ਵੀ ਮੂਵਮੈਂਟਾਂ ਤੁਸੀਂ ਪੜੋਗੇ ਉਹ ਸਾਰੀਆਂ ਮੂਵਮੈਂਟਾਂ ਇਨਸਾਨੀਅਤ ਤੋਂ ਸ਼ੁਰੂ ਹੋਈਆਂ ਆ, ਪਰ ਬਾਅਦ ਚੋਂ ਉਹਨਾਂ ਦੇ ਮੈਨੇਜਰਾਂ ਨੇ ਉਹਨੂੰ ਵੰਡ ਲਿਆ, ਮੈਨੇਜਰਾਂ ਨੇ ਕਬਜ਼ਾ ਕਰ ਲਿਆ, ਆਪਣੇ ਤਰੀਕੇ ਨਾਲ ਚਲਾਉਣਾ ਸ਼ੁਰੂ ਕਰਤਾ। ਅੱਜ ਜੇ ਕਿਸਾਨ ਪੰਜਾਬ, ਕਦੀ ਪੂਰਾ ਦੇਸ਼ ਭੁੱਖਾ ਮਰਦਾ ਸੀ, ਸਾਡੇ ਇੱਕ ਪ੍ਰਧਾਨ ਮੰਤਰੀ ਨੂੰ ਇੱਕ ਦਿਨ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਕਰਨੀ ਪਈ ਸੀ, ਲਾਲ ਬਹਾਦਰ ਸ਼ਾਸਤਰੀ ਨੂੰ। ਸਿਰਫ ਦੇਸ਼ ਭੁੱਖਾ ਸੀ ਇਸ ਕਰਕੇ। ਔਰ ਪੰਜਾਬ ਨੇ ਦੇਸ਼ ਰਜਾ ਦਿੱਤਾ, ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਰਜਾ ਦਿੱਤਾ, ਪੱਛਮ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਰਜਾਇਆ, ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਉਹ ਦਾਲਾਂ ਪੈਦਾ ਕੀਤੀਆਂ ਜਿਹੜੀਆਂ ਹੁੰਦੀਆਂ ਨਹੀਂ ਸੀ ਕਦੀ। ਔਰ ਹੁਣ ਜਦੋਂ ਕਹਿੰਦੇ ਕੋਈ ਚੀਜ਼ ਵਿਕਣ ਲਾਇਕ ਹੋ ਜਾਵੇ, ਹੁੰਦਾ ਜਿੱਦਾਂ ਕੋਈ ਇਲਾਕਾ ਬੰਜਰ ਪਿਆ ਕੋਈ ਨਹੀਂ ਲੈਂਦਾ, ਕੁਛ ਲੋਕ ਜਾ ਕੇ ਉਹਨੂੰ ਵਸਾ ਦੇਣ, ਕੁਛ ਲੋਕ ਉਹਨੂੰ ਪੱਧਰਾ ਕਰ ਦੇਣ, ਫਿਰ ਵੱਡੇ ਵੱਡੇ ਪ੍ਰਾਪਰਟੀ ਡੀਲਰਾਂ ਦੀ ਨਜ਼ਰ ਪੈ ਜਾਂਦੀ ਹੈ। ਸਾਡੀ ਸਰਕਾਰ ਵੀ ਪ੍ਰਾਪਰਟੀ ਡੀਲਰ ਤੋਂ ਜ਼ਿਆਦਾ ਨਹੀਂ ਹੈ। ਕੇਂਦਰ ਸਰਕਾਰ ਜਿਹੜੀ ਹੈ ਸਾਡੀ, ਉਹ ਡੀਲਰ ਤੋਂ ਜ਼ਿਆਦਾ ਨਹੀਂ ਹੈ। ਉਹਨਾਂ ਦੇ ਮਾਲਕ ਤਾਂ ਅੰਬਾਨੀ ਔਰ ਅਡਾਨੀ ਹੈ। ਮੋਦੀ ਔਰ ਅਮਿਤ ਸ਼ਾਹ ਤਾਂ ਵਿਚਾਰੇ ਨੌਕਰ ਹੈ ਉਹਨਾਂ ਦੇ। ਉਹ ਜਿਹਨੂੰ ਕਹਿੰਦੇ ਇਹਨੂੰ ਇੰਨੇ 1000 ਕਰੋੜ ਦੇ ਉਹਨਾਂ ਨੇ ਭੱਜਣਾ ਆ, ਭੱਜਣ ਦੀ ਤਰੀਕ ਵੀ ਫਿਕਸ ਕਰ ਦਿੰਦੇ ਆ, ਪੈਸਾ ਵੀ ਦੇ ਦਿੰਦੇ ਆ। ਅਸੀਂ ਐਸੀ ਸਰਕਾਰ ਅਸੀਂ ਚੁਣੀ ਹੈ, ਇਹ ਕਿਸੇ ਬਾਹਰੋਂ ਆ ਕੇ ਨਹੀਂ ਚੁਣੀ। ਔਰ ਮਿਸਾਲ ਦੇਣਾ ਚਾਹੁੰਦਾ ਤੁਹਾਨੂੰ ਇੱਕ ਹੋਰ, ਸਾਡਾ ਮੀਡੀਆ ਹੁਣ ਜਿਹੜਾ ਸਾਰਾ ਬਿਕਾਊ ਹੋ ਗਿਆ, ਜਿੱਤੇ ਸਾਰੇ ਤੇ ਕਬਜ਼ਾ ਹੋ ਗਿਆ ਇੱਕ ਪਾਰਟੀ ਦਾ। ਸਾਡੇ ਦੇਸ਼ ਦਾ ਮੀਡੀਆ, ਉਹਦੇ ਉੱਤੇ ਵੀ ਸਾਰਿਆਂ ਦੀ ਚਰਚਾ ਇੱਕੋ ਹੀ ਚੱਲਦੀ, ਹਿੰਦੂ ਮੁਸਲਿਮ। ਤੇ ਜਦੋਂ ਬੀਜੇਪੀ ਕਿਤੇ ਫਸ ਜਾਵੇ, ਹਾਥਰਸ ਦੇ ਕੇਸ ਚ ਫਸੀ ਤੇ ਨਿਕਲਣ ਲਈ ਤਰੀਕਾ ਕੀ ਲੱਭਿਆ? ਕਹਿੰਦੇ 4 ਮੁਸਲਮਾਨ ਪਕੜੇ ਉਗਰਵਾਦੀ। ਇਹ ਨਹੀਂ ਸਾਰਾ ਨਹੀਂ, ਤੁਹਾਡੀ ਨਹੀਂ ਕਹਿ ਰਿਹਾ। ਤੁਸੀਂ ਸੜਕ ਤੇ ਜਿਹੜੇ ਆਉਂਦੇ ਨਾ, ਨਹੀਂ ਮੈਂ ਉਹੀ ਕਹੂੰਗਾ, ਮੈਂ ਇਹਨੂੰ ਕਲੀਅਰ ਕਰ ਦਿੰਦਾ, ਮੈਂ ਉਹੀ ਗੱਲ ਕਲੀਅਰ ਕਰ ਦਿੰਦਾ। ਮੇਰੇ ਕੋਲ ਤੁਹਾਡੇ ਸਾਰੇ ਸਾਥੀ ਆਉਂਦੇ, ਮੈਂ ਉਹੀ ਕਹਿ ਰਿਹਾ, ਜਿਹੜੇ ਤੁਸੀਂ ਲੋਕਲ ਫਿਰ ਰਹੇ ਹੋ ਨਾ, ਇਹ ਤੁਹਾਡੇ ਕਰਕੇ ਹੀ ਆ। ਨਹੀਂ, ਤੁਹਾਡੇ ਕਰਕੇ ਹੀ ਬਚਿਆ ਹੋਇਆ ਥੋੜਾ ਜਿਹਾ। ਮੈਂ ਉਹੀ ਕਹਿ ਰਿਹਾ ਹਾਂ। ਜਿਹੜਾ ਦਿੱਲੀ ਦਾ ਸਾਰਾ ਮੀਡੀਆ ਸਾਰੇ ਦੇਸ਼ ਨੂੰ ਪਤਾ ਆ, ਮੈਂ ਉਹ ਸ਼ਬਦ ਵਾਪਸ ਨਹੀਂ ਲੈਣੇ। ਸਾਰੇ ਦੇਸ਼ ਨੂੰ ਪਤਾ, ਦੇਸ਼ ਦਾ ਜਿਹੜਾ ਦਿੱਲੀ ਦਾ ਪੂਰਾ ਮੀਡੀਆ ਬੈਠਾ, TRP ਦਾ ਕੇਸ ਵੀ ਨਿਕਲਿਆ ਆ, ਮੈਂ ਉਹ ਸ਼ਬਦ ਵਾਪਸ ਨਹੀਂ ਲੈਣੇ। ਪਰ ਮੈਨੂੰ ਪਤਾ ਆ ਜਿਹੜੇ ਇੱਥੇ ਘੁੰਮਦੇ ਆ ਧੁੱਪਾਂ ਦੇ ਵਿੱਚ, ਪੁਲਿਸ ਵੀ ਮਾਰ ਵੀ ਖਾਂਦੇ, ਤੁਸੀਂ ਮੈਮੋਰੈਂਡਮ ਵੀ ਦਿੱਤਾ, ਮੈਂ ਉਹਦੇ ਵਿੱਚ ਵੀ ਸਹਿਮਤ ਸੀ ਵੀ ਪੁਲਿਸ ਇਹਨਾਂ ਨੂੰ ਰੋਕ ਕੇ ਇਹਨਾਂ ਦੇ ਉੱਤੇ ਲਾਠੀ ਚਾਰਜ ਕਰ ਦਿੰਦੀ ਹੈ, ਇਹਨਾਂ ਦੇ ਚਪੇੜਾਂ ਵੀ ਮਾਰ ਦਿੰਦੀ ਹੈ। ਔਰ ਇਹ ਥੋੜੇ ਜਿਹੇ ਤਾਂ ਹੈਗੇ ਜਿਹੜੇ ਸਾਡੀ ਆਵਾਜ਼ ਜਿੰਦਾ ਰੱਖ ਰਹੇ ਆ, ਪਰ ਇਹ ਥੋੜੇ ਤੁਸੀਂ ਅਲੱਗ ਹੋ, ਉਹ ਅਲੱਗ ਹੈ। ਦਲਤਾਂ ਚੋਂ ਵੀ ਬੈਠੇ ਆ, ਦਲਤਾਂ ਚੋਂ ਵੀ ਬੈਠੇ ਪਾਰਲੀਮੈਂਟ ਜਿਹੜੇ ਬੋਲੇ ਨਹੀਂ, ਜਿਹੜੇ ਹੱਥ ਰਸਤੇ ਵੀ ਨਹੀਂ ਬੋਲੇ, ਸਾਨੂੰ ਉਹਨਾਂ ਦਾ ਵੀ ਪਤਾ ਆ। ਪਰ ਅਸੀਂ ਇੱਥੇ ਗੱਲ ਸੱਚ ਕਹਿ ਰਹੇ ਆ, ਉਹ ਸੱਚ ਬੋਲਣ ਲੱਗੇ ਆਪਣੇ ਸ਼ਬਦ ਵਾਪਸ ਨਹੀਂ ਲੈਣੇ। ਮੁਰਦਾਬਾਦ। ਇਹ ਗੱਲ ਇੱਕ ਸੱਚ ਹੈ, ਦੇਸ਼ ਰਾਜ ਸੱਚ ਹੈ। ਅੱਜ ਕਿਸਾਨਾਂ ਦੇ ਮਸਲੇ 'ਚ ਜਦੋਂ ਸਰਕਾਰ ਫਸੇਗੀ ਤੇ ਸਰਕਾਰ ਅੱਜ ਵੀ ਧਰਮ ਔਰ ਜਾਤੀ ਤੁਹਾਡੇ ਵਿੱਚ ਖੜੀ ਕਰਕੇ ਤੁਹਾਨੂੰ ਪਾੜੇਗੀ। ਹਾਥਰਸ 'ਚ ਵੀ ਕੋਸ਼ਿਸ਼ ਕੀਤੀ ਗਈ ਕਿ ਜੀ ਇੱਥੇ ਮੁਸਲਮਾਨ 4 ਆ ਕੇ ਤਣਾਅ ਬਣਾਉਣਾ ਚਾਹ ਰਹੇ ਸੀ। ਉਹ ਹਾਥਰਸ ਦੀ ਕੀ ਲੋੜ ਹੈ? ਉੱਥੇ ਤਾਂ ਇਕੱਠ ਹੋਇਆ ਹੀ ਨਹੀਂ, ਉੱਥੇ ਤਾਂ ਇਕੱਠ ਹੋਇਆ ਹੀ ਨਹੀਂ। ਇਕੱਠ ਤਾਂ ਅਸੀਂ ਜੰਤਰ ਮੰਤਰ ਤੇ ਕਰਦੇ ਰਹੇ। ਜੇ ਕਿਸੇ ਨੇ ਸ਼ਰਾਰਤ ਕਰਨੀ ਉੱਥੇ ਕਰ ਲੈਂਦਾ। ਫਿਰ ਸਰਕਾਰਾਂ ਕਿਉਂ, ਏਜੰਸੀਆਂ ਕਿਉਂ ਹੈ? ਇਹ ਕਾਰਵਾਈ ਸਾਰੀ ਉਹਨਾਂ ਨੂੰ ਕਰਨੀ ਚਾਹੀਦੀ ਹੈ।
इस करके मैं जिथों गल शुरू की सी मैं उत्थे ही खत्म करनी है। जदों तक असी जाति धर्म च वंडे हुए हैं, ए ते ओ च मैं ते ओ च वंडे हुए हैं कि ओ पिट रहा तो पिट लैन दो, उदों तक पिटते रवांगे, सानू कोई नहीं बचाएगा।